वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਅਮਰੀਕਾ ਦੀ ਇੱਕ ਸਿੱਖ ਐਡਵੋਕੇਸੀ ਗਰੁੱਪ ਤੇ ਹਿਊਮੈਨਿਟੇਰੀਅਨ ਏਡ ਆਰਗੇਨਾਈਜੇਸ਼ਨ ਯੂਨਾਈਟਿਡ ਸਿੱਖਸ, ਜਿਨ੍ਹਾਂ ਨੂੰ ਯੂਨਾਈਟਿਡ ਨੇਸ਼ਨਸ ਤੋਂ ਵੀ ਮਾਨਤਾ ਪ੍ਰਾਪਤ ਹੈ, ਉਹਨਾਂ ਦੇ ਨਾਲ ਆਪਣਾ ਕਰੀਅਰ ਵੀ ਜੋੜਿਆ ਤੇ ਸੇਵਾ ਭਾਵਨਾ ਦੇ ਨਾਲ ਇੱਕ ਵੋਲੰਟੀਅਰ ਰੂਪ ਦੇ ਵਿੱਚ ਸ਼ੁਰੂਆਤ ਕਰਕੇ ਅੱਜ ਉਹ ਹਿਊਸਟਨ ਟੈਕਸਸ ਦੇ ਵਿੱਚੋਂ ਰੀਜਨਲ ਡਾਇਰੈਕਟਰ ਦੀ ਇੱਕ ਅਹੁਦੇ ਦੇ ਉੱਤੇ ਪਹੁੰਚੇ ਆ। ਮਤਲਬ ਅਹੁਦਾ ਕੋਈ ਇਹ ਨਹੀਂ ਵੀ ਇਹਦੇ ਵਿੱਚੋਂ ਕੋਈ ਮੁਨਾਫੇ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਜਦੋਂ ਜਿਹੜੀਆਂ ਸਿੱਖ ਨਾਨ ਪ੍ਰੋਫਿਟਸ ਨੇ ਇਹਨਾਂ ਦੇ ਵਿੱਚ ਜਿੱਥੇ ਇੱਕ ਸੇਵਾ ਭਾਵਨਾ ਦੇ ਨਾਲ ਲੋਕਾਂ ਦਾ ਸੰਗਤ ਦੇ ਦਸਵੰਧ ਦੀ ਮਾਇਆ ਲੱਗਦੀ ਹੈ, ਉਹਦੇ ਵਿੱਚੋਂ ਨਾਮਣਾ ਜਾਂ ਇੱਕ ਆਰਗੇਨਾਈਜੇਸ਼ਨਲ ਰੂਪ ਦੇ ਵਿੱਚ ਆਰਗੇਨਾਈਜੇਸ਼ਨ ਵੱਡੇ ਲੈਵਲ ਦੇ ਉੱਤੇ ਸਿੱਖਾਂ ਦੀ ਇੱਕ ਵੱਖਰੀ ਹੋਂਦ ਨੂੰ, ਅਡਰੀ ਹਸਤੀ ਨੂੰ ਵੀ ਪ੍ਰੋਜੈਕਟ ਕਰਦੀ ਹੈ। ਇੰਟਰਨੈਸ਼ਨਲ ਪੱਧਰ 'ਤੇ ਜਿਵੇਂ ਯੂਨਾਈਟਿਡ ਸਿੱਖਸ ਨੂੰ ਮਾਨਤਾ ਪ੍ਰਾਪਤ ਹੈ, ਐਕ੍ਰੈਡਿਟਡ ਹੈਗੇ ਆ ਯੂਨਾਈਟਿਡ ਨੇਸ਼ਨਸ ਤੋਂ, ਅਤੇ ਉਹਦੇ ਨਾਲ ਇੱਕ ਜਿਹੜਾ ਸਿੱਖਾਂ ਦਾ ਨਾਂ ਵੀ ਹੈ ਉਹ ਵੀ ਜਾਣਿਆ ਜਾਂਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ। ਅਤੇ ਨਾਲ ਹੀ ਨਾਲ ਜਿਹੜੇ ਹਿਊਮੈਨਿਟੇਰੀਅਨ ਏਡ ਪ੍ਰੋਜੈਕਟਸ ਹੋਣ, ਹੇਤੀ ਦੇ ਵਿੱਚ ਹੋਵੇ, ਜਦੋਂ ਇੱਥੇ ਕੈਟਰੀਨਾ ਆਇਆ ਉਦੋਂ ਸੀ, ਜਾਂ ਨਿਊਯਾਰਕ ਤੋਂ ਲੈ ਕੇ ਜਦੋਂ ਅਸੀਂ ਅੱਜ ਯੂਕਰੇਨ ਦੇ ਵਿੱਚ ਕਿਸ ਲੈਵਲ ਦੇ ਉੱਤੇ ਯੂਨਾਈਟਿਡ ਸਿੱਖਸ ਦਾ ਜਿਹੜਾ ਪ੍ਰੋਜੈਕਟ ਹੈ ਵਾਰ ਜ਼ੋਨ ਦੇ ਵਿੱਚ ਚੱਲ ਰਿਹਾ, ਪੋਰਟੋ ਰੀਕੋ ਦੇ ਵਿੱਚ ਜਦੋਂ ਹੜ੍ਹ ਆਏ ਨੇ ਜਾਂ ਜਿਸ ਕਿਸਮ ਦੀ ਸਿਚੁਏਸ਼ਨ ਹੁੰਦੀ ਹੈ, ਉਹ ਮਤਲਬ ਇੱਕ ਵੱਡੇ ਲੈਵਲ ਦੇ ਉੱਤੇ ਇਹ ਦੇਖਣ ਵਾਲੀ ਗੱਲ ਹੈਗੀ ਹੈ। ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਰਦਾਰ ਕਮਲਜੀਤ ਸਿੰਘ ਕਾਹਲੋਂ, ਜਿਹੜੇ ਕਿ ਹਿਊਸਟਨ ਤੋਂ ਸਾਡੇ ਨਾਲ ਅੱਜ ਇੱਥੇ ਨਿਊਯਾਰਕ ਸਟੂਡੀਓ ਦੇ ਵਿੱਚ ਪਹੁੰਚੇ ਆ। ਅੱਜ ਅਸੀਂ ਲਾਹਾ ਲੈ ਰਹੇ ਹਾਂ, ਨਿਊਯਾਰਕ ਇਹਨਾਂ ਦਾ ਆਉਣ ਦਾ ਸਬੱਬ ਸੀ, ਸੋ ਅਸੀਂ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈ ਆਪਣਾ ਪਰਸਨਲ ਤੌਰ ਦੇ ਉੱਤੇ ਵੀ, ਸੇਵਾ ਭਾਵਨਾ ਦੇ ਨਾਲ ਕਿਸ ਕਿਸਮ ਨਾਲ ਕੀ ਸੋਚ ਕੇ ਇਹ ਯੂਨਾਈਟਿਡ ਸਿੱਖਸ ਨਾਲ ਜੁੜੇ, ਅਤੇ ਨਾਲ ਹੀ ਨਾਲ ਜਦੋਂ ਅਸੀਂ ਦਸਵੰਧ ਦੀ ਗੱਲ ਕਰਦੇ ਹਾਂ, ਜਿਹੜੇ ਸਿੱਖੀ ਦੇ ਕੋਰ ਪ੍ਰਿੰਸੀਪਲਸ ਨੇ ਜਾਂ ਜਿਹੜੀਆਂ ਸਿੱਖੀਜ਼ਮ ਦੀਆਂ ਧਰਮ ਦੀਆਂ ਸਾਡੀਆਂ ਧਾਰਮਿਕ ਵੈਲਿਊਜ਼ ਨੇ, ਉਹ ਸਾਨੂੰ ਕਿਵੇਂ ਦੁਨੀਆ ਨਾਲੋਂ ਵੱਖਰਾ ਬਣਾਉਂਦੀਆਂ ਨੇ, ਉਹਨਾਂ ਦੀਆਂ ਕੁਝ ਜਿਹੜੀਆਂ ਐਗਜ਼ਾਮਪਲਸ ਸਾਨੂੰ ਮਿਲਦੀਆਂ ਨੇ ਉਹ ਅਜਿਹੀਆਂ ਹੀ ਰੂਪ ਦੇ ਵਿੱਚ ਮਿਲਦੀਆਂ ਨੇ, ਅਜਿਹੀਆਂ ਆਰਗੇਨਾਈਜੇਸ਼ਨਸ ਦੇ ਵਿੱਚੋਂ ਮਿਲਦੀਆਂ ਨੇ, ਅਜਿਹੇ ਸੈਟਅਪਸ ਦੇ ਵਿੱਚੋਂ ਸਾਨੂੰ ਲੱਭਦੀਆਂ ਨੇ। ਸੋ ਇਹ ਅੱਜ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਗੱਲਬਾਤ ਦੀ। ਸਭ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ, ਇਹ ਜਿਹੜੀ ਡਾਇਰੈਕਟਰਸ਼ਿਪ ਹੈ ਇਹ ਪਹਿਲਾਂ ਆਪਣੇ ਭਾਈ ਸੰਦੀਪ ਸਿੰਘ ਧਾਲੀਵਾਲ ਜੀ ਕੋ ਸੀਗੀ, ਤੋ ਇਟਸ ਉਹਨਾਂ ਵਰਗਾ ਤਾਂ ਨਹੀਂ ਮੈਂ ਹੈਗਾ, ਬਟ ਆਈ ਵਿਲ ਟਰਾਈ ਮਾਈ ਬੈਸਟ ਕਿ ਆਪਾਂ ਉਹਨਾਂ ਦੇ ਕੰਮ ਨੂੰ ਅੱਗੇ ਵਧਾਈਏ, ਬਾਬੇ ਨਾਨਕ ਦੇ ਸੰਦੇਸ਼ ਨੂੰ, ਸੇਵਾ ਨੂੰ, ਬਿਲਕੁਲ ਇਹ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਇਹਦੇ ਨਾਲ। ਅਤੇ ਤੁਸੀਂ ਦੱਸਿਆ ਕਿ ਆਪਣਾ ਜਿਹੜਾ ਦਸਵੰਧ ਹੈ ਇਹ ਇੱਕ ਹਰ ਬੰਦਾ ਆਪਣੇ ਹਾਰਟ ਤੋਂ ਅੱਛੇ ਕੰਮ ਲਈ ਪਾਉਂਦਾ ਆ, ਐਂਡ ਯੂਨਾਈਟਿਡ ਸਿੱਖ ਇੱਕ ਅਜਿਹੀ ਆਰਗੇਨਾਈਜੇਸ਼ਨ ਹੈ ਜਿਹੜੇ ਕਿ 100% ਅੱਗੇ ਉਹਨੂੰ ਜ਼ਿਆਦਾ ਵੱਧ ਚੜ੍ਹ ਕੇ ਸੇਵਾ ਕਰਕੇ ਬੰਦੇ ਜਿਹੜੇ ਵਲੰਟੀਅਰ ਨੇ, ਸਪੈਸ਼ਲੀ ਆਪਣੇ ਜਿਹੜੇ ਗਰੁੱਪ ਦੇ ਖਾਸ ਬੰਦੇ ਵਲੰਟੀਅਰ ਨੇ, ਉਹ ਵੀ ਨਾਲ ਟੀਮ ਵਰਕ ਦੇ ਨਾਲ ਲੋਕਾਂ ਨੂੰ ਜੋੜ ਕੇ ਅਤੇ ਹੋਰ ਵਧੀਆ ਸਿੱਖੀ ਦਾ ਸੰਦੇਸ਼ ਜਾਂਦਾ ਹੈ। ਨਹੀਂ, ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਜਿਹੜੀ ਡੈਪੂਟੀ ਧਾਲੀਵਾਲ ਦੀ, ਮਤਲਬ ਸੰਦੀਪ ਸਿੰਘ ਧਾਲੀਵਾਲ ਜਦੋਂ ਪੂਰੇ ਹੋਏ ਆ, ਜਿਸ ਕਿਸਮ ਦਾ ਮਤਲਬ ਉਹਨਾਂ ਦਾ ਨਾਮ ਜਾਂ ਜਿਸ ਕਿਸਮ ਦਾ ਉਹ ਤੋਂ ਬਾਅਦ ਇੱਕ ਔਰਾ ਬਣਿਆ ਅਮਰੀਕਾ ਦੇ ਵਿੱਚ, ਮਤਲਬ ਅਮਰੀਕਾ ਨੇ ਸਾਰੇ ਨੇ ਸਜਦਾ ਕੀਤਾ ਸਿੱਖ ਕੌਮ ਨੂੰ ਉਸ ਵੇਲੇ। ਸੋ ਤੁਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਹੈ, ਉਹਨਾਂ ਦੇ ਨਾਲ ਕਈ ਪ੍ਰੋਜੈਕਟਸ ਦੇ ਉੱਤੇ ਤੁਸੀਂ ਕੰਮ ਕੀਤਾ ਹੈ। ਸੋ ਮੈਂ ਚਾਹੂੰਗਾ ਗੱਲਬਾਤ ਦੀ ਸ਼ੁਰੂਆਤ ਅਸੀਂ ਉੱਥੋਂ ਹੀ ਕਰੀਏ, ਜਿਹੜਾ ਤੁਹਾਡਾ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਸੀ, ਜਾਂ ਤੁਸੀਂ, ਜੇ ਮੈਂ ਗਲਤ ਨਾ ਹੋਵਾਂ ਤਾਂ ਈਵਨ ਯੂਨਾਈਟਿਡ ਸਿੱਖਸ ਦੇ ਨਾਲ ਵੀ ਤੁਸੀਂ ਉਹਨਾਂ ਦੇ ਨਾਲ ਹੀ ਜੁੜੇ, ਅਤੇ ਜਿਹੜੀ ਯੂਨਾਈਟਿਡ ਸਿੱਖਸ ਦੇ ਨਾਲ ਸੇਵਾ ਜਾਂ ਵੋਲੰਟੀਅਰ ਰੂਪ ਦੇ ਵਿੱਚ ਤੁਸੀਂ ਸ਼ੁਰੂ ਕੀਤਾ ਕੰਮ, ਉਹ ਵੀ ਉਹਨਾਂ ਦੇ ਨਾਲ ਹੀ ਸ਼ੁਰੂ ਕੀਤਾ। ਐਕਚੁਅਲੀ ਕੀ ਜਦੋਂ ਮੇਰੇ ਨਾ ਉੱਥੇ ਹਰੀਕੇਨ ਆਇਆ ਹਿਊਸਟਨ ਦੇ ਵਿੱਚ, ਅਤੇ ਘਰ 'ਤੇ ਦਰਾਂ 'ਤੇ ਪਾਣੀ ਆ ਗਿਆ, ਅਤੇ ਉਦੋਂ ਉਹਨਾਂ ਨੇ ਡੈਮ ਤੋਂ ਪਾਣੀ ਛੱਡਣਾ ਸੀ, ਅਤੇ 10 ਇੰਚ ਪਾਣੀ ਵਧਣਾ ਸੀ, ਅਤੇ ਸਾਰੇ ਘਰਾਂ 'ਚ ਵਿੱਚ ਪਾਣੀ ਆਉਣ ਦਾ ਚਾਂਸ ਸੀਗਾ ਜੀ। ਮੈਂ ਬਾਬੇ ਮੋਰੇ ਅਰਦਾਸ ਕੀਤੀ ਆਪਣੇ ਸੱਚੇ ਮਨ ਤੋਂ ਕਿ ਬਾਬਾ ਮੈਨੂੰ ਬਚਾ, ਤਾਂ ਮੈਂ ਤੇਰੇ ਲਈ ਮਤਲਬ ਮੈਂ ਆਪਣਾ ਸਭ ਕੁਛ ਅਰਪਣ ਕਰਨ ਨੂੰ ਤਿਆਰ ਸੀ ਨਾ ਜੀ। ਅਤੇ ਜਿੱਦਾਂ ਬਾਬੇ ਦੇ ਮੈਂ ਅਰਦਾਸ ਕੀਤੀ, ਅਤੇ ਉਹ ਪਾਣੀ ਜੀ ਉਦੋਂ ਮੀਂਹ ਵੀ ਪਿਆ, ਸਭ ਕੁਛ ਪਿਆ, ਪਰ ਮੇਰੇ ਘਰ ਬਿਲਕੁਲ ਸੁੱਕਾ ਰਿਹਾ।
90% ਲੋਕਾਂ ਦੇ ਘਰ ਪਾਣੀ ਸੀਗਾ। ਉਸ ਤੋਂ ਬਾਅਦ ਮੈਂ ਸੋਚਿਆ ਕਿ ਮੇਰਾ ਵੀ ਫਰਜ਼ ਹੈ ਕਿ ਮੈਂ ਬਾਬੇ ਲਈ ਕੁਛ ਕਰਾਂ। ਤੇ ਮੈਂ ਗੁਰਦੁਆਰੇ ਗਿਆ, ਉੱਥੇ ਦੇਖਿਆ ਟਰੱਕ ਆ ਰਹੇ ਸੀ ਬੰਦੇ, ਹੈ ਨਾ, ਤੇ ਆਰਗੇਨਾਈਜ਼ ਨਹੀਂ ਸੀ ਆਪਾਂ ਜੀ। ਤੇ ਕਮੇਟੀ ਨਾਲ ਗੱਲਬਾਤ ਕਰਕੇ ਅਸੀਂ ਆਰਗੇਨਾਈਜ਼ ਕੀਤਾ। ਧਾਲੀਵਾਲ ਤੇ ਆਪਣੇ ਹੋਰ ਫਰੈਂਡ ਸੀ, ਸਨੀ ਸਿੰਘ ਹੈ ਆਪਣਾ, ਹੋਰ ਆਪਣੇ ਅੱਛੇ ਮਿੱਤਰ ਨੇ ਜੀ। ਅਸੀਂ ਅੱਗੇ ਆ ਕੇ ਸਾਰਿਆਂ ਨੇ ਆਪਣਾ ਉਹਨੂੰ ਲੀਡਰਸ਼ਿਪ ਇੱਕ ਤਰੀਕੇ ਦੀ ਦਿੱਤੀ। ਤੇ ਉਹ 'ਚ ਕੀ ਈਵਨ ਅਸੀਂ ਬੱਚੇ ਵੀ ਇਨਵੋਲਵ ਕੀਤੇ, ਟੀਨੇਜਰ ਸੀਗੇ, ਉਹ ਸਰਚ ਕਰਦੇ ਸੀ ਕਿੱਥੇ ਏਰੀਆ 'ਚ ਪ੍ਰੋਬਲਮ ਹੈ, ਕਿੱਥੇ ਅਸੀਂ, ਤੇ ਅਸੀਂ ਲੋਕ ਜਿਹੜੇ ਲੋੜਵੰਦ ਸੀ ਉਹਨਾਂ 'ਚ ਅਸੀਂ ਉਹ ਸਮੱਗਰੀ ਪੂਰੀ ਵੰਡੀ ਜੀ ਪੂਰੇ। ਔਰ ਜਿੱਥੇ ਸਾਡੇ 4 ਵਾਲੰਟੀਅਰ ਜਾਂਦੇ ਸੀ, ਦੇਖਦੇ ਇੱਥੇ ਜ਼ਿਆਦਾ ਲੋੜ ਹੈ, ਉੱਥੇ ਜਾ ਕੇ ਅਸੀਂ ਵੰਡ ਕੇ ਆਉਂਦੇ ਸੀ। ਤੇ ਉਹ 'ਚ ਕਈ ਸਾਨੂੰ ਪਰੇਸ਼ਾਨੀਆਂ, ਚੈਲੰਜ ਵੀ ਆਏ ਕਿ ਤੁਸੀਂ ਸਿੱਖ ਨਾ, ਜਿੱਦਾਂ ਤੁਹਾਨੂੰ ਪਤਾ ਹੀ ਹੈ ਹਰ ਜਗ੍ਹਾ ਆਪਾਂ ਨੂੰ ਗਲਤ ਮੈਸੇਜ ਵੀ ਲੋਕੀ ਲੈਂਦੇ ਆ ਕਿ ਤੁਸੀਂ ਟੈਰਰਿਸਟ ਹੋ ਜਾਂ ਇਹ ਆ। ਤੇ ਅਸੀਂ ਉਹਨਾਂ ਨੂੰ ਕਲੀਅਰ ਕੀਤਾ ਕਿ ਅਸੀਂ ਸਿੱਖ ਹਾਂ, ਅਸੀਂ ਸੇਵਾ ਕਰਨ ਆਏ ਹਾਂ ਬੇਸਿਕਲੀ। ਜਿੱਦਾਂ ਆਪਣਾ ਸਿੱਖੀ ਦਾ ਮੈਸੇਜ ਦਿੱਤਾ ਕਿ ਸੇਵਾ ਦਾ ਮੈਸੇਜ ਸਾਡੇ ਬਾਬਿਆਂ ਤੋਂ ਚੱਲਿਆ ਆ ਰਿਹਾ, ਆਪਾਂ ਉਹ ਬਹੁਤ ਪੁਰਾਣਾ ਹੈ। ਦੈਨ ਉਹਦੇ ਨਾਲ ਸਾਡੀ ਇੱਕ ਪਛਾਣ ਬਣ ਗਈ ਉੱਥੇ। ਹਿਊਸਟਨ 'ਚ ਇਹ ਹੋ ਗਿਆ ਕਿ ਹਰ ਬੰਦਾ ਸਿੱਖ ਨੂੰ ਪਛਾਣਨ ਲੱਗ ਪਿਆ। ਤੇ ਧਾਲੀਵਾਲ ਦੇ ਨਾਲ ਅਸੀਂ ਉਸ ਟਾਈਮ ਅਸੀਂ ਫਿਰ ਦੋਨੋਂ ਅਸੀਂ ਉੱਧਰ ਵੀ ਗਏ, ਮਿਆਮੀ ਵੱਲ, ਉੱਥੇ ਵੀ ਅਸੀਂ ਸੇਵਾ ਕੀਤੀ, ਉੱਥੇ ਵੀ ਆਪਣਾ ਸਮਝਾਇਆ, ਮੈਸੇਜ ਦਿੱਤਾ। ਐਂਡ ਧਾਲੀਵਾਲ ਜੀ ਇੱਕ ਟੀਮ ਮੇਕਰ ਸੀਗੇ, ਉਹਨਾਂ ਨੇ ਆਰਗੇਨਾਈਜੇਸ਼ਨ ਇਹ ਆਪਣਾ ਕਮੇਟੀਆਂ ਸਾਰਾ ਆਲ ਓਵਰ ਨਾਰਥ ਅਮਰੀਕਾ ਤੋਂ ਜਦੋਂ ਉਹਨਾਂ ਨੇ ਆਰਗੇਨਾਈਜ਼ ਕੀਤਾ, 32 ਟਰੱਕ ਸਾਨੂੰ ਆਏ ਸੀ ਹਿਊਸਟਨ 'ਚ, ਅਸੀਂ ਉਹ ਵੰਡੇ। ਤੇ ਫਿਰ ਮਿਆਮੀ ਗਏ, ਫਿਰ ਅਸੀਂ ਪਲਾਨ ਬਣਾਇਆ ਕਿ ਆਪਾਂ ਪੁਰਤੋ ਰੀਕੋ ਚਲੀਏ। ਦੈਨ ਵੀ ਵਾਂਟਡ ਟੂ ਗੋ ਵਿਦ ਆਪਣਾ ਆਰਗੇਨਾਈਜੇਸ਼ਨ ਦੇ ਵੇ ਤੇ ਕਿ ਜਿਹੜਾ ਸਿੱਖੀ ਦੀ ਪਛਾਣ ਬਣੇ ਜੀ। ਤੇ ਉਹਨਾਂ ਨੇ ਸਰਚ ਕੀਤਾ ਕਿ ਕਿਹੜੀ ਆਰਗੇਨਾਈਜੇਸ਼ਨ ਨਾਲ ਆਪਾਂ, ਹੋਰ ਵੀ ਆਰਗੇਨਾਈਜੇਸ਼ਨ ਨੇ ਉਹਨਾਂ ਸਾਨੂੰ ਕਿਹਾ ਕਿ ਸਾਡੇ ਨਾਲ ਜੁਆਇਨ ਕਰੋ। ਇਹ ਅੱਜ ਵੀ ਉਹਨਾਂ ਦੀ ਮੇਰੇ ਕੋਲ ਇੱਕ ਈਮੇਲ ਹੈਗੀ ਆ, ਉਹਨਾਂ ਨੇ ਕਿਹਾ ਨਹੀਂ, ਆਪਣਾ ਯੂਨਾਈਟਿਡ ਸਿੱਖ ਇੱਕ ਬਹੁਤ ਅੱਛੀ ਆਰਗੇਨਾਈਜੇਸ਼ਨ ਹੈ ਜੀ, ਤੇ ਆਪਾਂ ਇਹਦੇ ਨਾਲ ਜੁਆਇਨ ਕਰਨਾ ਹੈ। ਤੇ ਉਸ ਟਾਈਮ ਪੁਰਤੋ ਰੀਕੋ ਜਦੋਂ ਮੈਂ ਗਿਆ, ਮੈਂ ਉੱਥੇ ਕਿਹੜੇ ਸਾਲ ਦੀ ਗੱਲ ਹੈਗੀ ਹੈ? 2017 ਹਾਂਜੀ ਜੀ। ਤੇ ਜਦੋਂ ਮੈਂ ਉੱਥੇ ਗਿਆ ਤਾਂ ਮੈਂ ਇਕੱਲਾ, ਬਿਕੋਜ਼ ਟਿਕਟਾਂ ਵਗੈਰਾ ਬਹੁਤ ਉਸ ਟਾਈਮ ਹੈਵੀ, ਬਹੁਤ ਮੁਸ਼ਕਿਲ ਸੀਗਾ। ਤੇ ਮੈਂ ਪਹਿਲਾਂ ਮੈਂ ਘਬਰਾ ਵੀ ਗਿਆ ਕਿ ਮੈਂ ਇਕੱਲਾ ਚੱਲਾਂ। ਬਟ ਮੈਨੂੰ ਆਪਣੇ ਮਹਿਤਾਬ ਭਾਜੀ ਨੇ, ਮਹਿਤਾਬ ਸਿੰਘ ਜੀ ਵਰਜੀਨੀਆ ਤੋਂ, ਤੇ ਧਾਲੀਵਾਲ ਨੇ, ਇਹਨਾਂ ਨੇ ਮੈਨੂੰ ਹੌਸਲਾ ਦਿੱਤਾ। ਉਹਦੇ ਨਾਲ ਮੈਨੂੰ ਇਹ ਲੱਗਾ ਕਿ ਮੈਂ ਇਕੱਲਾ ਨਹੀਂ ਚੱਲਾਂ। ਮੈਂ ਜਿੱਦਾਂ ਬਾਬੇ ਨੇ ਕਹਿੰਦੇ 1.25 ਲੱਖ ਹੈ ਤੂੰ, ਉਦੋਂ ਮੈਂ 1.25 ਲੱਖ ਸਮਝ ਕੇ ਆਪਣੇ ਆਪ ਨੂੰ ਮੈਂ ਉੱਥੇ ਗਿਆ। ਉੱਥੇ ਮੈਨੂੰ ਲੋਕਾਂ ਨੇ ਕਿਹਾ ਤੂੰ ਇਕੱਲਾ ਹੀ ਆਇਆ? ਮੈਂ ਕਿਹਾ ਨਹੀਂ, ਮੈਂ 1.25 ਲੱਖ ਹੈ, ਮੇਰੇ ਪਿੱਛੇ ਮੇਰੇ ਬ੍ਰਦਰਸ ਦੀ ਪੂਰੀ ਟੀਮ ਹੈ ਜਿਹੜੀ ਆਰਗੇਨਾਈਜ਼, ਮੈਨੂੰ ਜੋ ਮੈਨੂੰ ਚਾਹੀਦਾ ਉਹ ਜਿੱਦਾਂ ਮਿਲੂਗਾ। ਪਲੱਸ ਜਿੱਦਾਂ ਮੇਰੇ ਮਨ 'ਚ ਹੁੰਦਾ ਕਈ ਵਾਰੀ ਕਿ ਆਪਾਂ ਬਾਦਰੇ ਅਰਦਾਸ ਕਰਦੇ ਹਾਂ, ਜੋ ਮੰਗੇ ਸਤਿਗੁਰੂ ਆਪਣੇ ਸੇ ਸੋਈ ਦੇਵੇ। ਤੇ ਮੈਨੂੰ ਉੱਥੇ ਜਾ ਕੇ ਮੈਨੂੰ ਇਹ ਅਹਿਸਾਸ ਹੋਇਆ, ਮੈਂ ਉੱਥੇ ਗਿਆ ਕਿ ਮੈਂ ਇਕੱਲਾ ਇੱਥੇ, ਕਿ ਦੇਖੋ ਮੈਂ ਜੋ ਕਰ ਸਕਦਾ ਮੈਂ ਕਰੂੰਗਾ ਆਪਣੇ, ਹੈ ਨਾ। ਤੇ ਜਦੋਂ ਮੈਂ ਗਿਆ ਉੱਥੇ ਮੇਰੇ ਨਾਲ 4 ਚਰਚਾਂ ਜੁੜ ਗਈਆਂ, 4 ਚਰਚ ਦੇ ਪੈਸਟਰਸ ਉਹ ਮੇਰੇ ਨਾਲ ਜੁੜ ਗਏ। ਹਾਂਜੀ। ਤੇ ਉਹ ਕਹਿੰਦੇ ਦੱਸ ਕੀ ਕਰ? ਮੈਂ ਕਿਹਾ ਮੈਂ ਲੰਗਰ ਲਾਉਣਾ ਚਾਹੁੰਦਾ, ਵੈਜੀਟੇਰੀਅਨ ਲੰਗਰ। ਆਪਣਾ ਸੈਨ ਜੁਆਨ ਦੇ ਵਿੱਚ, ਸੈਨ ਜੁਆਨ ਦੀਆਂ ਚਰਚਾਂ ਨੇ ਅੱਜ ਵੀ, ਜੋ 4 ਚਰਚ ਉਹ ਉਹਨਾਂ ਦੇ ਬੱਚਿਆਂ ਦੀ ਮੀਟਿੰਗ ਸੀਗੀ, ਉਹਨਾਂ ਨੇ ਮੈਨੂੰ ਕਿਹਾ ਕਿ 1-2 ਵਾਰੀ ਵੀਡੀਓ ਕਾਲ ਹੋਈ ਹੈ ਕਿ ਸਾਡੇ ਬੱਚਿਆਂ ਨੂੰ ਆਪਣੀ ਸਿੱਖੀ ਬਾਰੇ ਦੱਸੋ ਕਿ ਵੀ ਗਾਟ ਅ ਗੁੱਡ ਮੈਸੇਜ ਫਰੋਮ ਯੂ ਨੋ। ਤੇ ਉਹ ਉੱਥੇ ਗਏ ਤਾਂ ਉੱਥੇ ਇੱਕ ਜਿੱਦਾਂ ਨਾ ਚਮਤਕਾਰ ਹੀ ਹੋ ਗਿਆ ਕਿ ਉਹ ਕਹਿੰਦੇ, ਮੈਂ ਕਿਹਾ ਲੰਗਰ ਤਿਆਰ ਕਰਨਾ, ਤਾਂ ਕਹਿੰਦੇ ਸਾਡੇ ਕੋਲ ਕੁੱਕ ਨਹੀਂ ਹੈਗਾ। ਤੇ ਮੈਂ ਕਿਹਾ ਚਲੋ ਦੇਖਦੇ ਹਾਂ। ਜਿੱਦਾਂ ਗਏ ਉਹ ਕੁੱਕ ਆ ਗਏ, ਕਹਿੰਦੇ ਦੱਸੋ ਜਦੋਂ ਚ ਬਣਾਉਣਾ ਮੈਂ ਬਣਾ ਦੂੰ। ਜਦੋਂ ਤੁਸੀਂ ਜਿਹੜੇ, ਅਸੀਂ ਕਿਹਾ ਸੀ ਉਹ ਏਰੀਆ 'ਚ ਜਾਣਾ ਹੈ ਜਿੱਥੇ ਕੋਈ ਨਹੀਂ ਜਾ ਰਿਹਾ। ਉੱਥੇ ਸੀ ਇੱਕ ਉਤਵਾਦੋ ਦਾ ਏਰੀਆ ਹੈ, ਉਹ ਚੂਜ਼ ਕੀਤਾ ਕਿ ਇੱਧਰ ਹੀ ਅਸੀਂ ਲੋਕ, ਮਤਲਬ ਇੱਧਰ ਜ਼ਿਆਦਾ ਲੋੜ ਹੈ, ਸਭ ਤੋਂ ਜ਼ਿਆਦਾ। ਜਿੱਦਾਂ ਲੋਕਾਂ ਦੀ ਗਾਈਡੈਂਸ ਆਇਆ, ਕਹਿੰਦੇ ਉੱਧਰ ਕੋਈ ਨਹੀਂ ਜਾਂਦਾ, ਉੱਧਰ ਆਰਮੀ ਪੈਕਟ ਹੀ ਸਿੱਟਦੀ ਆ, ਤੇ ਦੂਏ ਕੁ ਦਿਨ ਪੈਕਟ ਕੋਈ ਕਿਸੇ ਨੂੰ ਮਿਲਦਾ ਹੈ। ਤੇ ਅਸੀਂ ਲੰਗਰ ਤਿਆਰ ਕੀਤਾ, ਤਾਂ ਉੱਥੇ ਨਾ ਕੋਈ ਨਾ ਗੈਸ ਸੀ, ਨਾ ਕੋਈ ਮਟੀਰੀਅਲ ਸੀ, ਸਭ ਕੁਛ ਆਰਗੇਨਾਈਜ਼ ਕੀਤਾ ਰਾਤੋਂ ਰਾਤ। ਸਵੇਰੇ ਲੰਗਰ ਤਿਆਰ ਕਰਕੇ ਅਸੀਂ, ਮੇਰੇ ਨਾਲ ਮੈਂ ਆਪਣੇ ਆਪ ਨੂੰ ਸਾਲੇ ਸੋਚਦਾ ਸੀ ਕਿ ਕਿੱਥੋਂ ਮੈਂ ਕਾਰ ਰੈਂਟ ਕਰਨੀ, ਕੀ ਕਰਨੀ। 17 ਕਾਰਾਂ ਵੋਲੰਟੀਅਰਸ ਲੈ ਕੇ ਆ ਗਿਆ ਚਰਚ ਵਾਲੇ, ਕਹਿੰਦੇ ਵੀਲ ਗੋ ਵਿਦ ਯੂ, ਵੀ ਵਾਂਟ ਟੂ ਗੋ। ਤੇ ਉਹ ਕਹਿੰਦੇ ਅਸੀਂ ਸਾਰੇ ਜਾਣਾ ਚਾਹੁੰਦੇ ਸੀ, ਪਰ ਸਾਨੂੰ ਰੋਕਦਾ ਸੀ, ਪਰ ਕੋਈ ਅੱਗੇ ਜਾਣ ਨੂੰ ਤਿਆਰ ਨਹੀਂ ਸੀ। ਪਰ ਤੂੰ ਹੁਣ ਚੱਲਣਾ, ਤੇਰੇ ਨਾਲ ਅਸੀਂ ਜਾਣਾ। ਤੇ ਮੈਨੂੰ ਵੀ ਆਪਣੇ ਉੱਤੇ ਵੀ ਉਹ ਕੌਨਫੀਡੈਂਸ ਵੱਧ ਜਾਂਦਾ, ਪਲੱਸ ਮੈਨੂੰ ਬਾਬੇ 'ਤੇ ਭਰੋਸਾ ਸੀ ਕਿ ਆਪਾਂ ਕੁਛ ਪਹੁੰਚਾਂਗੇ।
ਮੈਂ ਫਾਇਰ ਡਿਪਾਰਟਮੈਂਟ ਨਾਲ ਧਾਲੀਵਾਲ ਨਾਲ ਗੱਲ ਕੀਤੀ, ਇਹਨੇ ਮੈਨੂੰ ਕਿਹਾ ਫਾਇਰ ਡਿਪਾਰਟਮੈਂਟ ਨਾਲ ਪਹਿਲਾਂ ਮਿਲ ਲਈ ਬਿਕੋਜ਼ ਤੇ ਉਹਨਾਂ ਨੂੰ ਗਿਆ ਤਾਂ ਉਹ ਕਹਿੰਦੇ ਅਗਰ ਤੁਸੀਂ ਫਸ ਗਏ ਸਾਨੂੰ ਕੱਢਣਾ ਪੈਣਾ ਬਿਕੋਜ਼ ਸਿੰਕ ਹੋਲਸ ਨੇ ਉੱਥੇ, ਰੋਡ ਟੁੱਟੀਆਂ ਨੇ, ਬੁਰਾ ਹਾਲ ਸੀ। ਤੇ ਉਹ ਕਹਿੰਦੇ ਅਗਰ ਤੁਸੀਂ ਫਸ ਗਏ ਤਾਂ ਸਾਨੂੰ ਕੱਢਣਾ ਪੈਣਾ, ਅਸੀਂ ਤੁਹਾਡੇ ਨਾਲ ਹੀ ਚੱਲਦੇ ਹਾਂ। ਉਹ ਸਾਡੇ ਨਾਲ ਹੀ ਚੱਲ ਪਏ। ਉਹ ਜਿੱਦਾਂ ਨਾ ਹੌਲੀ ਹੌਲੀ ਪੂਰੀ ਟੀਮ ਜਦੋਂ ਪੂਰੀ ਗਈ ਉੱਥੇ, ਤੇ ਉਹ ਜਿਸ ਏਰੀਏ 'ਚ ਗਏ ਉਹ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਉਹ ਦੇਖ ਕੇ ਦੂਰੋਂ ਦੇਖਿਆ ਕੋਈ ਆ ਰਹੀ ਹੈਲਪ ਆ ਰਹੀ ਹੈ ਜੀ। ਤੇ ਉਹ ਪਿੰਡ ਦੇ ਵਿੱਚ ਅਸੀਂ ਲੰਗਰ ਲਾਇਆ ਜਿੱਥੇ, ਉੱਥੇ ਲੋਕਾਂ ਦੀ ਅੱਖਾਂ 'ਚ ਪਾਣੀ ਆ ਗਿਆ ਕਿ ਕਹਿੰਦੇ ਅਸੀਂ 11 ਦਿਨ ਹੋ ਗਏ ਅਸੀਂ ਹੌਟ ਫੂਡ ਨਹੀਂ ਖਾਧਾ। ਤੇ ਉਹ ਮੈਨੂੰ ਉਦੋਂ ਲੰਗਰ ਦੀ ਵੈਲਿਊ ਉਦੋਂ ਪਤਾ ਲੱਗੀ ਕਿ ਜਦੋਂ ਮੇਰੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਉਹ ਬੰਦਿਆਂ ਦੀ ਗੱਲ ਸੁਣ ਕੇ ਕਿ ਸਾਨੂੰ ਆਪਾਂ ਇੱਕ ਦਿਨ ਚਾਹ ਨਹੀਂ ਮਿਲਦੀ ਤਾਂ ਆਪਾਂ ਬਹੁਤ ਆਪਣਾ ਹਾਲ ਕੀ ਹੁੰਦਾ ਹੈ ਨਾ। ਜਿਹੜੇ 11 ਦਿਨ ਉਹਨਾਂ ਨੇ ਕੁਝ ਹੌਟ ਖਾਧਾ ਹੀ ਨਹੀਂ, ਤੇ ਜਦੋਂ ਉਹਨਾਂ ਨੂੰ ਅਸੀਂ ਹੌਟ ਫੂਡ ਦੇ ਲੰਗਰ ਦਿੱਤਾ, ਉਹ ਬੰਦੇ ਉਹਨਾਂ ਨੇ ਮੇਰੀ ਪੁੱਛਿਆ ਕਿ ਤੂੰ ਕਿੱਦਾਂ ਆਇਆ, ਕਿਉਂ ਆਇਆ, ਤੇ ਮੈਂ ਉਹਨਾਂ ਸਮਝਾਇਆ ਅਸੀਂ ਸਿੱਖ ਆਰਗੇਨਾਈਜੇਸ਼ਨ ਤੋਂ ਆ, ਇੱਦਾਂ ਆ, ਸਿੱਖੀ ਸਾਡਾ ਸਿਧਾਂਤ ਹੈ ਔਰ ਅਸੀਂ ਬੇਸਿਕਲੀ ਪਰਪਸ ਆਫ ਸੇਵਾ ਦੇ ਪਰਪਸ ਨਾਲ ਆਏ ਹਾਂ। ਕਿਸੇ ਉਹ ਕਈ ਗਲਤ ਕਈ ਵਾਰੀ ਬੰਦੇ ਸਮਝਦੇ ਨੇ, ਪਰ ਇਹ ਸਮਝਾਇਆ ਉਹਨਾਂ ਨੂੰ ਕਿ ਸਿੱਖ ਉਹ ਜਿਹੜੇ ਪੈਸਟਰ ਸੀ ਉਹਨਾਂ ਨੇ ਵੀ ਉਹਨਾਂ ਨੂੰ ਸਮਝਾਇਆ ਕਿ ਵੀ ਹੈਵ ਅ ਡਿਫਰੈਂਟ ਰਿਲੀਜਨ ਬਟ ਸੇਮ ਪਰਪਸ ਟੂ ਸੇਵਾ। ਉਹ ਮੈਸੇਜ ਬਹੁਤ ਪੂਰੇ ਸੈਨਵਾਨ 'ਚ ਬਹੁਤ ਜਲਦੀ ਫੈਲਿਆ। ਫਿਰ ਉਹਨਾਂ ਨੂੰ ਉੱਧਰ ਮੈਂ ਉੱਦਾਂ ਗੱਲਾਂ ਬਾਤਾਂ ਕੀਤੀਆਂ ਕਿ ਕੀ ਹੋਇਆ, ਰਿਪੋਰਟਰਸ ਵੀ ਸੀਗੇ, ਉਹਨਾਂ ਨੇ ਪੁੱਛਿਆ ਤੇ ਕਹਿੰਦੇ ਸਾਡੀ ਵਾਟਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ। ਤੇ ਵਾਟਰ ਦੀ ਮੈਂ ਕਿਹਾ ਕੀ ਪ੍ਰੋਬਲਮ ਹੈ, ਕਹਿੰਦੇ ਡੈਮ ਦੀ ਪ੍ਰੋਬਲਮ ਹੈ ਤੇ ਡੀਜ਼ਲ ਸ਼ਾਇਦ ਨਹੀਂ ਹੈਗਾ। ਉਹ ਅਸੀਂ ਚਲੋ ਜਿੱਦਾਂ ਵੀ ਡੀਜ਼ਲ ਬਹੁਤ ਔਖਾ ਸੀ ਅਰੇਂਜ ਕਰਨਾ ਉਸ ਟਾਈਮ, ਉਹ ਅਰੇਂਜ ਕੀਤਾ। ਜਨਰੇਟਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਪਤਾ ਲੱਗਾ ਕਿ ਨਹੀਂ ਜਨਰੇਟਰ 'ਚ ਆਹ ਪ੍ਰੋਬਲਮ ਹੈ। ਤੇ ਉਹਨਾਂ ਨੂੰ ਕਿਹਾ ਮੈਂ ਫਿਕਸ ਕਰ ਦਿੰਦਾ, ਕਹਿੰਦੇ ਸਾਡੇ ਜਨਰੇਟਰ ਤੋਂ ਬਾਅਦ ਪੰਪ ਦੀ ਪ੍ਰੋਬਲਮ ਆਊਗੀ, ਉਹਦੇ ਬਾਅਦ ਕੰਟਰੋਲ ਸਿਸਟਮ ਹੈ, ਉਹ ਮਾਡਰਨ ਕੰਟਰੋਲ ਸਿਸਟਮ ਹੈ। ਮੈਂ ਕਿਹਾ ਕੋਈ ਨਹੀਂ, ਉਹ ਤਾਂ ਮੈਂ ਹਰ ਜਗ੍ਹਾ ਆਇਲ ਫੀਲਡ ਜਾ ਕੇ ਉਹੀ ਠੀਕ ਕਰਦਾ ਹਾਂ। ਤੇ ਬਲਕਿ ਮੈਂ ਡੈਮ 'ਤੇ ਕਦੀ ਕੰਮ ਨਹੀਂ ਕੀਤਾ, ਪਰ ਉਹ ਡੈਮ ਇੱਦਾਂ ਸੀ ਕਿ ਰੀਵਰ ਤੋਂ ਪਾਣੀ ਆਉਂਦਾ ਸੀ ਤੇ 1 ਮੀਲ ਉੱਪਰ ਪਹਾੜੀ ਤੇ 1 ਮੀਲ ਦਾ ਡਿਸਟੈਂਸ ਸੀਗਾ ਹੋਰ, ਤੇ ਉੱਤੇ ਫਿਰ ਸੈਕਿੰਡ ਤੇ ਜਾਂਦਾ ਸੀ ਇੱਕ ਸੈਕਿੰਡ ਸਟੇਸ਼ਨ ਤੇ ਉੱਤੇ ਪਹਿਲਾਂ ਚੜ੍ਹਨਾ ਸੀ, ਉੱਥੇ ਜਨਰੇਟਰ ਵਗੈਰਾ ਪੰਪ ਸੀ, ਉੱਥੋਂ ਚਲਾ ਕੇ ਉੱਪਰ ਪਾਉਣਾ ਸੀ। ਤੇ ਥੋੜ੍ਹਾ ਡਿਫੀਕਲਟੀਆਂ ਉਹਨਾਂ ਨੇ ਜਿਹੜੀ ਕੰਪਨੀ ਸੀ ਉਹ ਕਹਿੰਦੇ ਅਸੀਂ ਤੁਹਾਨੂੰ ਅਲਾਉ ਨਹੀਂ ਕਰ ਸਕਦੇ। ਤੇ ਅਸੀਂ ਫੀਮਾ ਕੋ ਗਏ, ਪਰਮਿਸ਼ਨ ਲਈ। ਉਸ ਟਾਈਮ ਫੀਮਾ ਕੋ ਕੋਈ ਹੈਲਪ ਨਹੀਂ ਸੀਗੀ, ਉਹ ਕਹਿੰਦੇ ਤੂੰ ਪਹਿਲਾ ਬੰਦਾ ਆਇਆ ਹੈਲਪ ਕਰਨ ਲਈ, we give you permission. Well, that was like a challenging thing, but local churches ਦੀ help ਨਾਲ, all the organizers ਨਾਲ ਸਾਨੂੰ permission ਮਿਲ ਗਈ ਜੀ। ਜਦੋਂ ਮਿਲ ਗਈ ਅਸੀਂ AAA ਕੋ ਗਏ, ਉਹਨਾਂ ਨੇ ਦੱਸਿਆ ਸਾਨੂੰ ਡਿਫੀਕਲਟੀ। ਫਿਰ ਅਸੀਂ ਬੈਟਰੀਆਂ ਖਰੀਦੀਆਂ ਤੇ ਉਹ ਬੈਟਰੀਆਂ ਵਾਲਾ ਮੈਨੂੰ ਉਹ ਪਹਿਲਾਂ ਕਹਿੰਦੇ ਕਿ ਉੱਥੇ ਥੋੜ੍ਹੀ ਬਹੁਤ ਮਾਰਕੀਟ ਅਪ ਡਾਊਨ ਹੋ ਜਾਂਦੀ ਉਸ ਟਾਈਮ ਜੀ। ਤੇ ਜਿੱਦਾਂ ਅਸੀਂ ਇਹਨੂੰ ਸਮਝਾਇਆ, ਉਹ ਕਹਿੰਦਾ ਤੁਹਾਨੂੰ ਕੀ ਚਾਹੀਦਾ, ਤੁਸੀਂ ਸਾਡੇ ਬੰਦਿਆਂ ਲਈ ਇੰਨੀ ਦੂਰੋਂ ਆਏ ਹੋ, ਕੀ ਚਾਹੀਦਾ। ਅਸੀਂ ਸਾਨੂੰ ਉਹਨੇ ਬੈਟਰੀਆਂ ਦੀ ਹੈਲਪ ਅਸੀਂ ਤੇ ਹੀ ਵਾਸ ਟੈਲਿੰਗ, ਉਹਨਾਂ ਨੇ ਕਿਹਾ ਕਿ ਤੁਸੀਂ ਪੇ ਕਰ ਰਹੇ ਹੋ, ਕਿੱਦਾਂ ਤੁਹਾਨੂੰ ਕੁਝ ਮਿਲੇ। ਵੈਸੇ ਮੇਰੇ ਪਿੱਛੇ ਬਹੁਤ ਵੱਡੀ ਮੇਰੀ ਭਰਾਵਾਂ ਦੀ ਟੀਮ ਹੈ, ਸਿੱਖਾਂ ਦੀ ਟੀਮ ਹੈ ਪੂਰੇ ਨਾਰਥ ਅਮਰੀਕਾ 'ਚ, ਮੈਨੂੰ ਕੋਈ ਪਰੇਸ਼ਾਨੀ ਨਹੀਂ। ਆਈ ਵਿਲ ਪੇ ਫॉर ਦਿਸ ਐਂਡ ਗੈਟ ਇਟ ਇਨ ਦ ਜੈਨ ਐਂਡ ਦੇ ਗੇਵ ਮੀ ਅ ਵੈਰੀ ਡਿਸਕਾਊਂਟਡ ਪ੍ਰਾਈਸ। ਬਲਕਿ ਉੱਥੇ ਬਲੈਕ ਮਾਰਕੀਟ ਚੱਲਣ ਡਈ ਸੀ ਉਸ ਟਾਈਮ ਜੀ, ਬਟ ਉਹਨਾਂ ਨੇ ਮੈਨੂੰ ਆਪਣਾ ਐਜ਼ ਏ ਔਨਰ ਕਰਕੇ ਦਿੱਤਾ ਉਹ। ਪਲੱਸ ਜਦੋਂ ਮੈਂ ਉਹ ਜਨਰੇਟਰ ਸਟਾਰਟ ਕੀਤੇ ਪਲੱਸ ਪੰਪ ਸਟਾਰਟ ਕੀਤੇ ਤੇ ਉਹ ਪਾਣੀ ਉੱਪਰ ਪਹੁੰਚਾਇਆ 2। ਉਸ ਤੋਂ ਬਾਅਦ ਉਹ ਕਲੋਰੀਨੇਟ ਕਰਕੇ ਉਹਨਾਂ ਨੇ ਥੱਲੇ ਲਾਈਨਾਂ ਟੁੱਟੀਆਂ ਸੀ, ਉਹ ਕਹਿੰਦੇ ਸੀ ਸਾਨੂੰ ਲਾਈਨਾਂ ਰਿਪੇਅਰ ਕਰਕੇ 6 ਸਿਟੀ ਦੇ ਵਿੱਚ ਪਾਣੀ ਆਇਆ। ਔਰ ਉਹ ਸਿਟੀਜ਼ ਵਾਲੇ ਬੰਦੇ ਕਹਿੰਦੇ ਸੀ ਕਿ ਸਾਨੂੰ ਉਮੀਦ ਨਹੀਂ ਸੀ ਕਿ ਪਾਣੀ ਕਿੱਥੋਂ ਆਉਣਾ। ਫਿਰ ਮੈਨੂੰ ਇੱਕ ਲੱਗਾ ਕਿ ਉਹ ਮੈਨੂੰ ਕਹਿੰਦੇ ਤੂੰ ਆਇਆ ਕਿੱਥੋਂ ਇੱਦਾਂ ਇਹ ਕੰਮ ਕਰਨ ਲਈ, ਤੇ ਕੋਈ ਮੈਂ ਕਿਹਾ ਮੈਂ ਨਹੀਂ ਆਇਆ, ਇਹ ਮੇਰੇ ਬਾਬੇ ਨੇ ਮੈਨੂੰ ਭੇਜਿਆ ਇੱਥੇ ਜੀ। ਉਹਨੇ ਸੇਵਾ ਜਿੱਦਾਂ ਲੈਣੀ ਸੀਗੀ ਤੇ ਉਹ ਮੈਂ ਕਿਹਾ ਉਹਦੀ, ਔਰ ਜਿੱਦਾਂ ਡਰਾਵਨੀ ਸਿਚੁਏਸ਼ਨ ਸੀ, ਸਿੰਕ ਹੋਲ ਬਹੁਤ ਜਗ੍ਹਾ ਸੀ, ਕਿਤੇ ਵੀ ਤੁਸੀਂ ਜਾਣੇ। ਸਾਡੀ ਕਾਰ ਜਾ ਰਹੀ ਸੀ ਹਾਂਜੀ, ਥੋੜਾ ਦੂਰ ਅੱਗੇ ਹੀ ਦੇਖਿਆ ਸਿੰਕ ਹੋਲ ਆ ਗਿਆ, ਇੱਕਦਮ ਹੀ ਆ ਗਿਆ। ਤਾਂ ਉਹਦੇ ਬਾਅਦ ਬੰਦਾ ਕੁਝ ਵੀ ਹੋ ਸਕਦਾ ਸੀ ਉੱਥੇ, ਪਾਣੀ ਬਾਰਿਸ਼ ਉੱਥੇ ਰੁਕੀ ਨਹੀਂ ਸੀ। ਤੇ ਪਰ ਇਹ ਆ ਕਿ ਟੀਮ ਮਹਾਰਾਜ ਦੀ ਕਿਰਪਾ ਨਾਲ ਜਿੱਦਾਂ ਲੋੜ ਪਈ ਉੱਦਾਂ ਟੀਮ ਬਣਦੀ ਗਈ। ਤੇ ਉਹਦੇ ਨਾਲ ਬਾਅਦ 'ਚ ਆਪਣੇ ਜੈਪਾਲ ਭਾਜੀ ਔਰ ਧਾਲੀਵਾਲ ਔਰ ਹਿਊਸਟਨ ਦੇ ਕਮਿਸ਼ਨਰ ਨੇ ਐਡਰਿਨ ਗਾਰਸੀਆ, ਉਹਨਾਂ ਨੇ ਸਾਨੂੰ ਜੁਆਇਨ ਕੀਤਾ। ਫਿਰ ਜਦੋਂ ਫੀਮਾ ਤੋਂ ਅਸੀਂ ਵਾਟਰ ਸਟਾਰਟ ਕੀਤਾ, ਉਹ ਤੋਂ ਬਾਅਦ ਲੰਗਰ ਸਟਾਰਟ ਕੀਤਾ ਤੇ 4 ਮਹੀਨੇ
ਭਾਜੀ ਹੁਣਾਂ ਨੇ ਲੰਗਰ ਚਲਾਇਆ। ਉਸ ਤੋਂ ਬਾਅਦ ਮੈਂ ਤਾਂ ਉੱਥੋਂ ਆ ਗਿਆ ਸੀ, ਪਰ ਭਾਜੀ ਹੁਣਾਂ ਨੇ 4 ਮਹੀਨੇ ਲੰਗਰ ਚਲਾਇਆ, ਜੈਪਾਲ ਜੀ ਨੇ ਖਾਸ ਕਰ ਤੇ ਧਾਲੀਵਾਲ ਨੇ। ਤੇ ਉਹ ਘੱਟੋ ਘੱਟ ਮਿਲੀਅਨਸ ਆਫ ਪੀਪਲ ਨੂੰ ਲੰਗਰ ਵੰਡਿਆ ਗਿਆ। ਯੂਨੀਵਰਸਿਟੀ ਦੇ ਵਿੱਚ ਲਾਇਆ, ਉਹ ਚਰਚ ਦੇ ਵਿੱਚ ਲਾਇਆ ਸੀ, ਤੇ ਜਗ੍ਹਾ ਜਗ੍ਹਾ ਤੇ ਪੂਰੇ ਪੋਰਟੋ ਰੀਕੋ 'ਚ। ਤੇ ਉਹ ਫਿਰ ਅਸੀਂ ਜਦੋਂ ਇਹ ਚੀਜ਼ਾਂ ਕੀਤੀਆਂ, ਫਿਰ ਸਾਨੂੰ ਇਹਦੇ ਨਾਲ ਇਹ ਹੋਇਆ ਕਿ ਸਾਨੂੰ ਬਾਬੇ 'ਤੇ ਜਿਹੜਾ ਭਰੋਸਾ ਸੀਗਾ, ਉਹਦੇ ਸਾਨੂੰ ਵੀ ਆਪਣਾ ਆਪ 'ਤੇ ਵੀ ਭਰੋਸਾ ਥੋੜ੍ਹਾ ਆਉਣ ਲੱਗ ਪਿਆ ਕਿ ਵੀ ਸ਼ੁੱਡ ਡੂ ਸਮਥਿੰਗ, ਇਫ ਵੀ ਕੈਨ ਡੂ ਵਾਈ ਨਾਟ। ਐਂਡ ਇਹ ਕਿ ਅਸੀਂ ਇਸ ਚੀਜ਼ ਤੋਂ ਇਹ ਸਿੱਖਿਆ ਕਿ ਇੱਕ ਨਵਾਂ ਤਰੀਕਾ ਹੈ ਹਿਊਮਨਿਟੇਰੀਅਨ ਜਿਹੜਾ ਆਪਾਂ ਲੰਗਰ ਲਾ ਕੇ ਪਹਿਲਾਂ ਇਸ ਤੋਂ ਜ਼ਿਆਦਾ ਆਪਾਂ ਨਹੀਂ ਸੋਚਦੇ ਸੀ। ਜ਼ਿਆਦਾ ਦੇਖਿਆ ਕਿ ਇੰਜੀਨੀਅਰਿੰਗ ਹੈਲਪ, ਫਿਰ ਲੋਕਾਂ ਦੀ ਕੰਸਟਰਕਸ਼ਨ ਦੀ ਹੈਲਪ ਜੀ, IT ਦੇ ਅੱਜ ਕੱਲ੍ਹ ਬਹੁਤ ਉਹ ਨੇ, ਜਿੱਦਾਂ ਬੱਚੇ ਜਿਹੜੇ ਆਪਣੇ, ਅਸੀਂ ਦੇਖਿਆ ਕਿ ਤੁਹਾਡਾ ਕੋਈ ਵੀ ਫੀਲਡ ਆ, ਤੁਸੀਂ ਕੋਈ ਵੀ ਪ੍ਰੋਫੈਸ਼ਨਲ ਹੋ, ਕੋਈ ਵੀ ਫੀਲਡ, ਤੁਸੀਂ ਉਸ ਫੀਲਡ 'ਚ ਆ ਕੇ ਸਾਡੇ ਨਾਲ ਸੇਵਾ ਕਰ ਸਕਦੇ। ਬੱਚਿਆਂ ਨੂੰ ਇੱਕ ਪਲੇਟਫਾਰਮ ਚਾਹੀਦਾ ਸੀ, ਉਹ ਪਲੇਟਫਾਰਮ ਯੂਨਾਈਟਿਡ ਸਿੱਖ ਆ ਜੀ। ਤੇ ਉਹ ਕਰਕੇ ਅਸੀਂ ਚਾਹੁੰਦੇ ਹਾਂ ਕਿ ਨਵੇਂ ਜਿਹੜੀ ਜਨਰੇਸ਼ਨ ਹੈ ਉਹ ਆਪਣੇ ਤਰੀਕੇ ਨਾਲ, ਆਪਣੇ ਢੰਗ ਨਾਲ, ਜਿਹੜੀ ਵੀ ਸਾਡੀ ਐਕਸਪਰਟੀਜ਼ ਹੈ ਉਹ 'ਚ ਤੁਸੀਂ ਹੈਲਪ ਕਰ ਸਕਦੇ ਹੋ, ਸੇਵਾ ਕਰ ਸਕਦੇ ਹੋ। ਨਹੀਂ, ਬਿਲਕੁਲ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਇੱਕ ਚੰਗਾ ਪਾਰਟ ਹੈ। ਕੱਲੀ ਯੂਨਾਈਟਿਡ ਸਿੱਖਸ ਨਹੀਂ, ਬਾਕੀ ਆਰਗੇਨਾਈਜੇਸ਼ਨਸ ਵੀ, ਜਿਵੇਂ ਹੁਣ ਯੂਨਾਈਟਿਡ ਸਿੱਖਸ ਦਾ ਕੱਲਾ ਹਿਊਮੈਨਿਟੇਰੀਅਨ ਏਡ ਦਾ ਪ੍ਰੋਜੈਕਟਸ ਨਹੀਂ ਹੁੰਦੇ, ਐਡਵੋਕੇਸੀ ਦੇ ਪ੍ਰੋਜੈਕਟਸ ਵੀ ਹੁੰਦੇ ਨੇ। ਤੁਸੀਂ ਹੇਟ ਕ੍ਰਾਈਮ ਤੋਂ ਲੈ ਕੇ ਤੁਹਾਡੀਆਂ ਬੁਲਿੰਗ ਦੀਆਂ ਘਟਨਾਵਾਂ ਨੇ, ਜਾਂ ਅਦਰਵਾਈਜ਼ ਕਿਤੇ ਮਤਲਬ ਹੁਣ ਟਰਬਨ ਇਸ਼ੂ ਹੁੰਦਾ ਜਦੋਂ ਫਰਾਂਸ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਉਹ ਉਠਾਇਆ ਗਿਆ, ਮਤਲਬ ਉਹ ਯੂਨਾਈਟਿਡ ਸਿੱਖਸ ਦੀ ਲੀਗਲ ਟੀਮ ਸੀਗੀ ਜਿਹਨੇ ਉੱਥੇ ਜਾ ਕੇ ਫਰਾਂਸ ਦੇ ਵਿੱਚ ਜਾ ਕੇ ਕੰਮ ਕੀਤਾ। ਹੁਣ ਅੱਜ ਜਦੋਂ ਹੁਣ ਅਸੀਂ ਯੂਕਰੇਨ ਦੀ ਗੱਲ ਹੋਵੇ, ਉੱਥੇ ਹੁਣ ਪ੍ਰੋਜੈਕਟ ਚੱਲ ਰਿਹਾ ਆ, ਵਾਰ ਜ਼ੋਨ ਦੇ ਵਿੱਚ ਟੈਂਟ ਲੱਗੇ ਹੋਏ ਆ, ਲੰਗਰ ਵੀ ਹੈ ਉੱਥੇ, ਫਰਸਟ ਏਡ ਵੀ ਪ੍ਰੋਵਾਈਡ ਕੀਤੀ ਜਾ ਰਹੀ ਹੈ, ਮੈਡੀਕਲ ਟੀਮ ਉੱਥੇ ਹੈਗੀ ਆ, ਹਰ ਤਰ੍ਹਾਂ ਦੀ। ਸੋ ਮਤਲਬ ਜਿਹੜੀ ਤੁਸੀਂ ਗੱਲ ਕੀਤੀ ਵੀ ਕਿਸੇ ਵੀ ਪ੍ਰੋਫੈਸ਼ਨ ਨਾਲ ਰਿਲੇਟਡ ਜਿਹੜਾ ਸਿੱਖ ਹੈਗਾ ਉਹ ਵੋਲੰਟੀਅਰ ਕਰ ਸਕਦਾ ਤੇ ਨਾਲ ਹੀ ਨਾਲ ਸੇਵਾ ਦੇ ਵਿੱਚ ਹੱਥ ਵਟਾ ਸਕਦਾ। ਤੇ ਇਹਦੇ 'ਚ ਕੋਈ ਉਹ ਨਹੀਂ ਵੀ ਤੁਸੀਂ ਇਕੱਲਾ ਜਸਟ ਜਿਹਨੂੰ ਕਹਿੰਦੇ ਨੇ ਵੀ ਇਕੱਲੀ ਲੰਗਰ ਦੀ ਸੇਵਾ ਨਹੀਂ ਹੈਗੀ, ਹਰ ਇੱਕ ਫੀਲਡ ਦੀ ਜਿਹੜੀ ਉਹ ਹੈ ਸੇਵਾ ਹੈਗੀ ਆ ਉਹ ਅਵੇਲੇਬਲ ਹੈ, ਕਿਤੇ ਨਾ ਕਿਤੇ ਤੁਸੀਂ ਉਹਨੂੰ ਯੂਟਿਲਾਈਜ਼ ਕਰ ਸਕਦੇ ਹੋ ਜਾਂ ਕੰਮ ਆ ਸਕਦੇ ਹੋ ਲੋਕ ਭਲਾਈ ਦੇ ਲਈ। ਮੀਨਸ ਇੱਦਾਂ ਹੈ ਕਿ ਈਵਨ ਜਿਹੜੇ ਸਾਡੇ ਫਰੈਂਡਸ ਨੇ, ਨਹੀਂ ਸਿੱਖ ਵੀ ਨਹੀਂ ਨੇ, ਉਹ ਵੀ ਸਾਡੇ ਨਾਲ ਆ ਕੇ ਤਿਆਰ ਹੁੰਦੇ ਨੇ ਸਾਡੇ ਨਾਲ। ਉਹ ਇੱਕ ਮਤਲਬ ਇੱਕ ਉਹ ਦੇਖਦੇ ਨੇ ਕਿ ਤੁਸੀਂ ਭਲਾਈ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਜਾਣਾ। ਤੇ ਇਹ ਬੰਦਾ, ਇਹ ਇੱਕ ਆਰਗੇਨਾਈਜੇਸ਼ਨ ਜਿਹੜੀ ਸਿੱਖੀ ਦੀ ਰਿਕੋਗਨਾਈਜੇਸ਼ਨ ਹੈ ਉਹ ਚੇਂਜ ਕਰਦੀ ਆ ਓਵਰ ਦਾ ਟਾਈਮ। ਆਪਾਂ ਦੇਖਿਆ ਕਿ ਪਹਿਲਾਂ ਜਿੱਦਾਂ ਆਪਾਂ ਨੂੰ ਹੇਟ ਕ੍ਰਾਈਮ ਤਾਂ ਅੱਜ ਵੀ ਥੋੜ੍ਹਾ ਬਹੁਤ ਹੈ, ਪਰ ਇਹ ਜਿੱਦਾਂ ਯੂਸਟਨ 'ਚ ਚੇਂਜ ਹੋ ਗਿਆ ਸੀ। ਇਹ ਤੱਤੋਂ ਸਭ ਜਾਣਦੇ, ਹਾਂ ਸਾਡੀ ਹੈਰੀਕੇਨ 'ਚ ਇਹਨਾਂ ਨੇ ਹੈਲਪ ਕੀਤੀ ਸੀ, ਉਹ ਬੰਦੇ ਅੱਧੋ ਜਾਣਦੇ ਨੇ ਸਿੱਖੀ। ਸਾਡੇ ਬੱਚਿਆਂ ਨੂੰ ਸਕੂਲ ਵਗੈਰਾ 'ਚ ਉਹਦੇ ਨਾਲ ਹੇਟ ਘੱਟ ਜਾਂਦੀ ਹੈ ਬੱਚਿਆਂ ਦੀ, ਉਹ ਕਹਿੰਦੇ ਅਸੀਂ ਪ੍ਰਾਊਡਲੀ ਕਹਿ ਸਕਦੇ ਹਾਂ ਕਿ ਅਸੀਂ ਸਿੱਖ ਹਾਂ। ਹਾਂਜੀ, ਨਹੀਂ ਬਿਲਕੁਲ ਇਹ ਗੱਲ ਬਿਲਕੁਲ ਹੈਗੀ ਆ। ਤੇ ਨਾਲ ਨਾਲ ਮਤਲਬ ਤੁਸੀਂ ਜਦੋਂ ਇੱਕ ਸਿੱਖੀ ਆਸਪੈਕਟ ਦੀ ਗੱਲ ਕਰਦੇ ਆ, ਜਿਵੇਂ ਤੁਸੀਂ ਹੇਟ ਕ੍ਰਾਈਮ ਦੀ ਅਦਰਵਾਈਜ਼ ਗੱਲ ਕੀਤੀ, ਵੀ ਬੰਦੇ ਸਾਨੂੰ ਦੇਖ ਕੇ, ਸਰੂਪ ਨੂੰ ਦੇਖ ਕੇ, ਪੱਗ ਨੂੰ ਦੇਖ ਕੇ ਡਿਫਰੈਂਟਲੀ ਮਹਿਸੂਸ ਕਰਦੇ ਆ ਪਹਿਲਾਂ, ਪਰ ਜਦੋਂ ਤੁਸੀਂ ਜਾ ਕੇ ਉਹਨਾਂ ਦੇ ਨਾਲ ਖੜਦੇ ਹੋ ਤੇ ਇਸ ਕਿਸਮ ਦਾ ਕੋਈ ਤੁਹਾਡਾ ਐਕਸਪੀਰੀਅੰਸ ਹੋਇਆ ਹੋਵੇ ਜਿੱਥੇ ਤੁਹਾਨੂੰ ਮਹਿਸੂਸ ਹੋਇਆ ਹੋਵੇ ਵੀ ਯਾਰ ਮੈਂ ਮਤਲਬ ਮੇਰੇ ਲਈ ਮਤਲਬ ਇਹ ਕੁਝ ਐਕਸਪੀਰੀਅੰਸ ਦੇ ਤੌਰ ਤੇ, ਜਾਂ ਜਿਹਨੂੰ ਕਹਿੰਦੇ ਨੇ ਵੀ ਬਹੁਤ ਚੰਗਾ ਤੁਹਾਨੂੰ ਫੀਲ ਹੋਇਆ ਹੋਵੇ ਵੀ ਯਾਰ ਇਹ ਗੱਲ ਬਣੀ ਹੈ ਅੱਜ? ਮੈਂ ਨਾ ਜਦੋਂ ਕਰੋਨਾ ਵਾਇਰਸ ਆਇਆ ਜੀ, ਉਦੋਂ ਮੈਂ ਇਲੈਕਟ੍ਰੀਕਲ ਪੂਰਾ, ਮੈਂ ਇਲੈਕਟ੍ਰੀਕਲ ਇੰਜੀਨੀਅਰ, ਬੇਸਿਕਲੀ ਸਭ ਕੁਝ ਉੱਥੇ ਬੰਦ ਹੋ ਗਿਆ, ਸਾਡਾ ਆਇਲ ਫੀਲਡ ਪੂਰਾ ਬੰਦ ਹੋ ਗਿਆ, ਡੇਂਜਰਸ ਸੀ। ਤਾਂ ਮੈਂ ਉੱਥੇ ਤਾਂ ਪੱਗ ਨਹੀਂ ਬੰਨ ਸਕਦਾ ਸੀ। ਮੈਂ ਸੋਚਿਆ ਕੁਛ ਐਸਾ ਜੋ ਇਮਰਜੈਂਸੀ ਸਰਵਿਸਿਜ਼ ਦਾ ਕੁਛ ਸੋਚੀਏ। ਤੇ ਹੁਣ ਆਪਣੇ ਸੋਚਿਆ ਤੇ ਮੈਂ ਮੈਟਰੋ ਜੁਆਇਨ ਕਰ ਲਿਆ, ਬੱਸ ਚਲਾਉਣੀ ਸਿੱਖੀ ਉਹਨਾਂ ਤੋਂ ਜੀ। ਤੇ ਫਿਰ ਦੇਖਿਆ ਕਿ ਜਿਹੜੇ ਹੋਮਲੈਸ ਨੇ ਉਹਨਾਂ ਨੂੰ ਬੱਸ ਨਹੀਂ ਹੈਗੀ, ਜਿਹੜੇ ਉਹਨਾਂ ਨੇ ਕਿਤੇ ਜਾਣਾ, ਡਾਕਟਰ ਨੇ ਕਿਸੇ ਗਰੋਸਰੀ ਜਾਣਾ, ਕਿਸੇ ਬਜ਼ੁਰਗ ਬੰਦੇ ਨੇ ਜਾਣਾ, ਹੈਂਡੀਕੈਪ ਬੰਦੇ ਨੇ ਜਾਣਾ, ਉਹਨਾਂ ਕੋਲ ਕੁਛ ਰਾਈਡ ਨਹੀਂ ਹੈਗੀ ਜੀ। ਤੇ ਦੇਖਿਆ ਕਿ ਅੱਛਾ, ਫਿਰ ਇਹ ਮੈਂ ਉੱਥੇ ਜਾ ਕੇ ਪਹਿਲਾਂ ਕਦੀ ਅਸੀਂ ਤਾਂ ਨੇਵੀ ਦੇ ਜਹਾਜ਼ ਚਲਾਏ ਸੀ ਤੇ ਇਹ ਤਾਂ ਚਲਾਏ ਨਹੀਂ ਸੀ ਕਦੀ, ਜਾ ਕੇ ਸਿੱਖੀ। ਫਿਰ ਮੈਂ ਉੱਥੇ ਆਪਣੇ ਧਾਲੀਵਾਲ ਭਾਜੀ ਨੂੰ ਸ਼ਰਧਾਂਜਲੀ ਦੇਣ ਲਈ ਪੱਗ ਦੀ ਪਰਮਿਸ਼ਨ ਵੀ ਲਈ ਤੇ ਮੈਂ ਪੱਗ ਬੰਨ੍ਹ ਕੇ ਚਲਾਈ ਜੀ ਬੱਸ ਉੱਥੇ। ਤੇ ਜਦੋਂ ਉੱਧਰ ਮੈਂ ਗਿਆ ਤੇ ਉਹ ਇੱਕ ਲੇਡੀ ਨੇ ਮੈਨੂੰ ਇੱਕ ਦਿਨ ਕੰਪਲੀਮੈਂਟ ਦਿੱਤਾ, ਥੈਂਕ ਯੂ ਫॉर ਕਮਿੰਗ ਟੂ ਅਮਰੀਕਾ। ਥੈਂਕ ਯੂ ਫॉर ਕਮਿੰਗ ਟੂ ਅਮਰੀਕਾ।
ਤੇ ਮੈਂ ਉਹ ਦੇਖ ਕੇ ਬੜਾ ਸਰਪ੍ਰਾਈਜ਼, ਮੈਂ ਸੁਣ ਕੇ ਸਰਪ੍ਰਾਈਜ਼ ਹੋਇਆ। ਮੈਂ ਕਿਹਾ ਮੈਡਮ ਹਾਊ ਡਿਡ ਯੂ ਟੈਲ ਮੀ ਦਿਸ, ਆਈ ਨੈਵਰ ਗੌਟ ਦਿਸ ਕੰਪਲੀਮੈਂਟ ਇਨ ਮਾਈ ਲਾਈਫ। ਇਹ ਪਹਿਲੀ ਵਾਰੀ ਹੈ ਕਿ ਕਿਸੇ ਨੇ ਇਹ ਕਿਹਾ ਕਿ ਥੈਂਕ ਯੂ ਫॉर ਕਮਿੰਗ ਟੂ ਅਮਰੀਕਾ ਜੀ। ਤੇ ਜਿੱਦਾਂ ਉਹ ਕਹਿੰਦੇ ਕਿ ਮੈਂ ਮੈਟਰੋ ਨੂੰ ਫੋਨ ਕੀਤਾ, ਉਹਨਾਂ ਨੇ ਕਿਹਾ ਸਾਡੇ ਕੋਲ 1000 ਬੱਸਾਂ ਨੇ ਪਰ ਸਾਡੇ ਕੋਲ ਡਰਾਈਵਰ ਦੀ ਸ਼ਾਰਟੇਜ ਹੈ ਜੀ। ਤੇ ਕਹਿੰਦੀ ਮੈਂ ਬਾਰ-ਬਾਰ ਫੇਰ ਫੋਨ ਕੀਤਾ, 3 ਵਾਰੀ ਕਹਿੰਦੀ ਮੈਂ ਅਪਾਇੰਟਮੈਂਟ ਆਪਣੀ ਚੇਂਜ ਕਰ ਚੁੱਕੀ ਹਾਂ। ਤੇ ਉਹਨਾਂ ਨੇ ਕਿਹਾ ਕਿ ਇੱਕ ਬੰਦਾ ਹੈ ਹੂ ਵਿਲ ਲਾਈਕ ਟੂ ਹੈਲਪ, ਤੋ ਵੀ ਵਿਲ ਕਾਲ ਹਿਮ ਆਫਟਰ ਸੋ ਮਚ ਰੈਸਟ। ਜਦੋਂ ਮੈਂ ਉਹਨਾਂ ਨੇ ਰੈਸਟ ਤੋਂ ਬਾਅਦ ਮੈਨੂੰ ਕਾਲ ਕੀਤਾ, ਮੈਂ ਗਿਆ ਤੇ ਉਹ ਕਹਿੰਦੀ ਉਹ ਬੰਦਾ ਤੂੰ ਆ। ਤੇ ਕਹਿੰਦੀ ਥੈਂਕ ਯੂ ਫॉर ਕਮਿੰਗ ਟੂ ਅਮਰੀਕਾ, ਇਟ ਵਾਸ ਅ ਗ੍ਰੇਟ ਕੰਪਲੀਮੈਂਟ ਆਈ ਹੈਵ ਐਵਰ ਹਰਡ ਇਨ ਮਾਈ ਲਾਈਫ। that changed, that gave me a lot of satisfaction and courage for going on, you know। ਬਿਲਕੁਲ ਬੰਦੇ ਨੂੰ ਉਹ ਇਹੋ ਜਿਹੀ ਚੀਜ਼ ਸੁਣ ਅੱਛੀ, you know, ਕੋਈ ਅਪਰੀਸ਼ੀਏਟ ਕਰ ਦੇਵੇ ਬੰਦਾ, ਉਹ ਤੋਂ ਦੁੱਗਣਾ ਹੌਸਲਾ ਹੋ ਜਾਂਦਾ ਹੈ ਜਿੱਦਾਂ, you know। ਮਤਲਬ ਤੁਸੀਂ ਇੱਕ ਵਲੰਟੀਅਰ ਦੇ ਤੌਰ ਤੇ ਕੋਵਿਡ ਦੇ ਦੌਰਾਨ ਤੁਸੀਂ ਬੱਸ ਚਲਾਈ ਹੈ ਸੇਵਾ ਦੇ ਬੇਸਿਕ, ਕਿਉਂਕਿ ਉੱਥੇ ਕੀ ਹੈ ਇੰਸ਼ੋਰੈਂਸ ਪਾਲਿਸੀ ਦਾ ਚੱਕਰ ਪੈ ਜਾਂਦਾ, ਸੋ ਯੂ ਹੈਵ ਟੂ ਬੀ EMPLOYE। ਤੇ ਮੈਂ ਐਜ਼ ਏ EMPLOYE ਪਰ ਪੱਗ ਲਈ ਪਰਮਿਸ਼ਨ ਲਈ ਉਹਨਾਂ ਤੋਂ। ਫਿਰ ਮੈਂ ਬੱਸ ਚਲਾਉਣੀ ਹੈ, ਮੈਂ ਬੱਸ ਇਸ ਲਈ ਨਹੀਂ ਚਲਾਉਣੀ ਕਿ ਮੈਂ ਕਮਾਈ ਕਰਨੀ ਹੈ। ਮੇਰਾ ਬੇਟਾ ਮੈਨੂੰ ਕਹਿੰਦਾ ਕਿ ਡੈਡ ਤੁਸੀਂ ਘਰ ਬੈਠੋਗੇ ਤੁਹਾਨੂੰ ਅਨਐਮਪਲੋਇਮੈਂਟ ਔਰ ਕੋਵਿਡ ਔਰ ਤੁਹਾਨੂੰ $100-200 ਜ਼ਿਆਦਾ ਹੀ ਮਿਲੂਗਾ। ਐਸੇ ਪੁੱਤਰ ਤੇ ਇਹ ਜਿਹੜੇ ਦਾਦੇ ਪੜਦਾਦੇ ਸਾਡੇ ਗੁਰੂ ਨਾਨਕ ਜੀ ਸਿਖਾ ਕੇ ਗਏ ਨੇ, ਕਿਰਤ ਕਰਕੇ ਰੋਟੀ ਖਾਣੀ ਹੈ। ਮੈਂ ਕਿਹਾ ਇਹ ਆਪਾਂ ਨਹੀਂ ਕਰ ਸਕਦੇ। ਤੇ ਇਹ ਸਾਡੇ ਬੱਚਿਆਂ ਲਈ ਮੈਸੇਜ ਗਿਆ, ਯੂ ਨੋ। ਅੱਗੇ ਉਹਨੇ ਵੀ ਆਪਣੇ ਬੱਚਿਆਂ ਨੂੰ, ਫਰੈਂਡਸ ਨੂੰ ਐਕਸਪਲੇਨ ਕੀਤਾ ਕਿ ਵਾਈ ਮਾਈ ਫਾਦਰ ਇਜ਼ ਵਰਕਿੰਗ ਦੇਅਰ, ਯੂ ਨੋ ਜੀ। ਤੇ ਇਹ ਚੀਜ਼ਾਂ ਆਪਾਂ ਅੱਗੇ ਜਨਰੇਸ਼ਨਸ ਲਈ ਮੈਸੇਜ ਜਾਂਦਾ ਹੈ। ਇਹ ਸਿਰਫ ਆਪਣੇ ਲਈ ਨਹੀਂ ਕਿ ਹਾਂ ਜਸਟ ਮਨੀ ਅਰਨਿੰਗ ਨਹੀਂ ਹੋਣੀ ਦਿਸ ਵਨ। ਉਹ ਐਜ਼ ਏ ਜਦੋਂ ਮੈਂ ਹੁਣ ਇੱਕ ਸਾਲ ਮੈਂ ਬੱਸ ਚਲਾਈ ਇਹ, ਉੱਥੋਂ ਮੈਂ ਛੱਡਿਆ ਤੇ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਜਦੋਂ ਵੀ ਮੇਰਾ ਮੌਕਾ ਲੱਗੇ ਮੈਂ ਆ ਕੇ ਚਲਾਉਣਾ ਚਾਹੂੰਗਾ ਜੀ। ਤੇ ਪਹਿਲਾਂ ਉਹਨਾਂ ਨੇ ਕਿਹਾ ਨਹੀਂ ਅਸੀਂ ਨਹੀਂ ਇੱਦਾਂ ਰੱਖ ਸਕਦੇ। ਹੁਣ ਮੈਨੂੰ ਉਹਨਾਂ ਨੇ ਦਿੱਤੀ ਆਪਸ਼ਨ ਕਿ ਜਿੱਦਣ ਤੇਰਾ ਦਿਲ ਕਰੇ ਤੂੰ, ਜਿੱਦਣ ਤੇਰੇ ਕੋਲ ਟਾਈਮ ਹੋਵੇ, ਬਿਕੋਜ਼ ਮੈਂ ਐਜ਼ ਇੰਜੀਨੀਅਰ ਜੌਬ ਕਰਦਾ ਹੁਣ ਜੀ, ਤੂੰ ਉਦਣ ਸਾਨੂੰ ਆ ਸਕਦਾ। ਓਪਨ ਇੰਪਲੋਇਮੈਂਟ ਇੱਦਾਂ, ਬਿਕੋਜ਼ ਇੰਸ਼ੋਰੈਂਸ ਕਰਕੇ ਇੰਪਲੋਇਮੈਂਟ ਰੱਖਣਾ ਪੈਂਦਾ, ਦੇ ਕੈਨ ਨਾਟ ਟੇਕ ਅ ਵॉलंटियर ਜੀ, ਕਿਉਂਕਿ ਇੰਸ਼ੋਰੈਂਸ ਪਾਲਿਸੀਜ਼ ਆਫ ਦ ਫੈਡਰਲ ਗਵਰਨਮੈਂਟ ਦੀਆਂ। ਨਹੀਂ ਬਿਲਕੁਲ। ਚਲੋ ਜਾਂਦੇ ਜਾਂਦੇ ਮੈਂ ਜ਼ਰੂਰ ਚਾਹੂੰਗਾ ਵੀ ਜਿਹੜਾ ਤੁਹਾਡਾ ਇਹ ਇੱਕ ਐਕਸਪੀਰੀਅੰਸ ਆ, ਰੱਬ ਇਹਦੇ 'ਚ ਵਾਧਾ ਵੀ ਪਾਵੇ ਤੇ ਹੋਰ ਇੰਸਪੀਰੇਸ਼ਨ ਦੇ ਨਾਲ, ਡੈਡੀਕੇਸ਼ਨ ਦੇ ਨਾਲ ਤੁਸੀਂ ਕੰਮ ਵੀ ਕਰੋ। ਪਰ ਆਉਣ ਵਾਲੇ ਸਮੇਂ ਦੇ ਲਈ ਕੋਈ ਯੂਨਾਈਟਿਡ ਸਟੇਟਸ ਦੇ ਹਵਾਲੇ ਨਾਲ ਟੈਕਸਸ ਦੇ ਵਿੱਚ ਜਾਂ ਓਵਰਆਲ ਨੈਸ਼ਨਲੀ ਕੋਈ ਪ੍ਰੋਜੈਕਟ ਦੇ ਉੱਤੇ ਜਾਂ ਕੋਈ ਤੁਹਾਡਾ ਅਗਲਾ ਜਿਹੜਾ ਵਿਜ਼ਨ ਕਹਿ ਲਓ ਤੁਸੀਂ ਜਿਸ ਪਾਸੇ ਨੂੰ ਕੰਮ ਕਰਨਾ ਚਾਹੁੰਦੇ ਹੋ? ਅਸੀਂ ਹੁਣ ਬੇਸਿਕਲੀ ਜਿੱਦਾਂ ਵੀ ਆ, ਜਿੱਥੇ ਵੀ ਪ੍ਰੋਬਲਮ ਆਉਂਦੀ ਆ ਯੂਨਾਈਟਿਡ ਸਟੇਟਸ ਉੱਥੇ ਪਹੁੰਚਦੀ ਆ। ਤੇ ਇਹ ਅਸੀਂ ਐਕਚੁਅਲੀ ਪ੍ਰੋਜੈਕਟ ਜਿਹੜੇ ਆ ਇਹ ਸਡਨਲੀ ਪਲਾਨ ਹੁੰਦੇ ਆ ਮੋਸਟਲੀ ਜੀ। ਬਟ ਇਹ ਆ ਜਿੱਦਾਂ ਹੁਣ ਸਭ ਤੋਂ ਜ਼ਿਆਦਾ ਇਹ ਆਪਣੇ ਅਸੀਂ ਇਹ ਐਡਵੋਕੇਸੀ ਦਾ ਬਹੁਤ ਵੱਡਾ ਉਸ ਪਲੇਟਫਾਰਮ ਹੈ ਨਾ। ਤੇ ਸੈਕੰਡਲੀ ਜਿੱਦਾਂ ਵੀ ਇੰਜੀਨੀਅਰਿੰਗ ਦਾ ਆਪਾਂ ਨੂੰ ਕੋਈ ਪ੍ਰੋਜੈਕਟ ਆਉਂਦਾ, ਵੀ ਟਰਾਈ ਟੂ ਡੂ ਦੈਟ, ਯੂ ਨੋ। ਆਪਾਂ ਉਹਨੂੰ ਆਰਗੇਨਾਈਜ਼ ਕਰਦੇ ਹਾਂ। ਤੇ ਹੁਣ ਜਿੱਦਾਂ ਨਿਊਯਾਰਕ 'ਚ ਚੈਲੰਜ ਆਇਆ ਸੀ, ਇੱਥੇ ਲੰਗਰ ਦਾ ਆਪਣੇ ਗੁਰਦੁਆਰਿਆਂ ਨੇ ਮਿਲ ਕੇ ਕੀਤਾ। ਉੱਦਾਂ ਜਿੱਦਾਂ ਵੀ ਚੈਲੰਜ ਆਉਂਦਾ ਉੱਦਾਂ ਵੀ ਆਪਾਂ ਗਾਂ ਤੋਂ ਗਾਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੇ ਜਾਂਦੇ ਜਾਂਦੇ ਕੋਈ ਮੈਸੇਜ, ਸੁਨੇਹਾ ਸਾਡੇ ਦਰਸ਼ਕਾਂ ਦੇ ਲਈ ਯੂਨਾਈਟਿਡ ਸਟੇਟਸ ਵੱਲੋਂ? ਇਹ ਕਿ ਆਪਾਂ ਪਹਿਲਾਂ ਜਿੱਦਾਂ ਸੋਚਦੇ ਸੀ ਨਾ ਕਿ ਕਿੱਥੇ ਕੋਈ ਜਗ੍ਹਾ ਨਹੀਂ ਹੈ, ਜਿੱਦਾਂ ਮਤਲਬ ਮੈਂ ਕਿੱਦਾਂ ਕਰੂੰਗਾ, ਕੀ ਕਰੂੰਗਾ। ਇਹ ਆਰਗੇਨਾਈਜੇਸ਼ਨ ਨਾਲ ਅਸੀਂ ਜੁੜਦੇ ਹਾਂ, ਇਹ ਨਾ ਆਪਣਾ ਮਤਲਬ ਸਭ ਪਲਾਨ ਬਣਿਆ ਹੋਇਆ ਇੱਥੇ ਕਿ ਕੀ ਕਰਨਾ ਹੈ ਤੇ ਕਿੱਦਾਂ ਕਰਨਾ ਹੈ। ਤੇ ਇਹ ਪੂਰੀ ਹੈਲਪ ਹੈ, ਆਪਣੇ ਕੋਲ ਸਪੋਰਟ ਹੈ, ਇੱਕ ਦੂਜੇ ਦੀ ਵॉलंटियरली ਸਪੋਰਟ ਹੈ ਜੀ। ਔਰ ਆਰਗੇਨਾਈਜ਼ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਆ। ਜਿਹੜਾ ਆਪਣਾ ਕਈ ਬੰਦੇ ਨੇ ਆਪਣੇ ਇਕੱਲੇ ਕਰ ਰਹੇ ਨੇ ਕੈਲੀਫੋਰਨੀਆ, ਆਪਾਂ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਸਾਰਿਆਂ ਨੂੰ ਕਿ ਇੱਧਰ ਵੀ ਆ, ਆਪਣੇ ਨੇ ਕੈਨੇਡਾ 'ਚ ਨੇ। ਤੇ ਉਹ ਜਿੱਦਾਂ ਆਰਗੇਨਾਈਜ਼ ਵੇ ਨਾਲ ਕਰਦੇ ਆ, ਪਲੱਸ ਉਹਦੇ ਨਾਲ ਕੀ ਆ ਕਿ ਤੁਹਾਨੂੰ ਇੱਕ ਪਲੇਟਫਾਰਮ ਹੈ ਆਪਣੇ ਤਰੀਕੇ ਦੇ ਨਾਲ, ਪੂਰਾ ਡਿਫਰੈਂਟ ਡਿਪਾਰਟਮੈਂਟ ਆ, ਹੈ ਨਾ। ਤੁਸੀਂ ਹੁਣ ਮੈਡੀਕਲ ਦੀ ਹੈਲਪ ਆ, ਹੁਣ ਮੈਡੀਕਲ ਦੀ ਹੈਲਪ ਆਪਾਂ ਨਹੀਂ ਇੱਦਾਂ ਜਸਟ ਸੋਚ ਸਕਦੇ, ਕਿਉਂਕਿ ਮੈਡੀਕਲ ਐਕਸਪਰਟੀ ਆਪਣੀ ਟੀਮ ਦੇ ਨਾਲ ਜਦੋਂ ਟੀਮ ਵਰਕ ਹੁੰਦਾ ਨਾ, ਉਹਦਾ ਰਿਜ਼ਲਟ ਬਹੁਤ ਤਕੜਾ ਹੁੰਦਾ।
ਉਹਦੇ ਨਾਲ ਆਪਾਂ ਨੂੰ ਵੀ ਸਾਰਿਆਂ ਨੂੰ ਕੌਨਫੀਡੈਂਸ ਔਰ ਹੌਸਲਾ ਔਰ ਸਿੱਖਣ ਨੂੰ ਵੀ ਮਿਲਦਾ ਹੈ ਜੀ। ਸਿੱਖ ਇਜ਼ ਸਟੂਡੈਂਟ ਫੋਰਐਵਰ ਬਿਲਕੁਲ, ਲਾਈਫ ਆਪਣੇ ਬਿਲਕੁਲ। ਇਮੋਸ਼ਨਸ ਸਿਖਾਉਂਦੀ ਹੈ। ਬਿਲਕੁਲ। ਇੱਕ ਹੋਰ ਵੀ ਵੈਸੇ ਮੈਂ ਜਾਂਦੇ ਜਾਂਦੇ ਸਵਾਲ ਵੀ ਮੈਂ ਪੁੱਛਣਾ ਚਾਹੂੰਗਾ, ਕਿਉਂ ਕਈ ਵਾਰੀ ਜਦੋਂ ਅਸੀਂ ਡੋਨੇਟ ਕਰਦੇ ਹਾਂ ਤੇ ਬਹੁਤ ਵਾਰੀ ਹੁੰਦਾ ਰੈੱਡ ਕਰਾਸ ਨੂੰ ਡੋਨੇਟ ਕੀਤਾ ਜਾਂ ਅਮਰੀਕਾ ਦੀਆਂ ਜਿਹੜੀਆਂ ਚਰਚਿਜ਼ ਜਾਂ ਹੋਰਾਂ ਨੂੰ ਅਸੀਂ ਡੋਨੇਟ ਕਰਦੇ ਹਾਂ, ਤੇ ਉਹਦੇ 'ਚ ਇੱਕ ਪਾਰਟ ਹੁੰਦਾ ਵੀ ਭਾਈ ਬਹੁਤ ਪੈਸੇ ਜਿਹੜੇ ਹੈਗੇ ਆ ਤੁਹਾਡੀ ਡੋਨੇਸ਼ਨ ਦੇ, ਉਹ ਕਿਸੇ ਵੀ ਆਰਗੇਨਾਈਜੇਸ਼ਨਲ ਦਾ ਜਿਹੜਾ ਸੈਟਅਪ ਹੁੰਦਾ ਉਸ ਨੂੰ ਰਨ ਕਰਨ ਦੇ ਐਕਸਪੈਂਸਿਸ ਦੇ ਵਿੱਚ ਚਲੇ ਜਾਂਦੇ ਆ, ਤੇ ਉਹਦਾ ਬਹੁਤ ਥੋੜਾ ਹਿੱਸਾ ਆ ਜਿਹੜਾ ਉਹ ਲੋਕਾਂ ਤੱਕ ਜਾਂ ਜਿਸ ਕੰਮ ਲਈ ਤੁਸੀਂ ਡੋਨੇਟ ਕੀਤਾ ਹੁੰਦਾ ਉੱਥੇ ਤੱਕ ਪਹੁੰਚਦਾ ਆ। ਯੂਨਾਈਟਿਡ ਸਿੱਖਸ ਦਾ ਇਹ ਸਟਰਕਚਰ ਕਿਵੇਂ ਕੰਮ ਕਰਦਾ, ਜਾਂ ਕਿੰਨੇ ਕੁ ਅਸੀਂ ਸਮਝੀਏ ਵੀ ਜੇ ਕਿਸੇ ਨੇ $100 ਡੋਨੇਟ ਕੀਤਾ ਤੇ 100 ਦੇ ਵਿੱਚੋਂ ਕਿੰਨੇ ਉਸ ਪ੍ਰੋਜੈਕਟ ਦੇ ਉੱਤੇ ਲੱਗਣਗੇ? ਜਿਹੜਾ ਦਸ਼ਵੰਧ ਦਾ ਪਾਰਟ ਹੈ ਉਹ ਪੂਰਾ 100% ਹੀ ਸੇਵਾ 'ਚ ਲੱਗਦਾ ਹੈ। ਉਹ ਤੋਂ ਬਲਕਿ ਆਪਣੇ ਜਿਹੜੇ ਕਿਉਂਕਿ ਸਾਡੇ ਜ਼ਿਆਦਾਤਰ ਵੋਲੰਟੀਅਰਸ ਨੇ, ਠੀਕ ਹੈ, ਕੁਛ ਅਕਾਊਂਟਿੰਗ ਲਈ ਸਾਨੂੰ ਰੱਖਣੇ ਪੈਂਦੇ ਬੰਦੇ, ਬਟ ਜ਼ਿਆਦਾਤਰ ਵੋਲੰਟੀਅਰਸ ਨੇ, 90% ਸਾਡੇ ਵੋਲੰਟੀਅਰ ਨੇ ਸਪੈਸ਼ਲੀ। ਤੇ ਜਿਹੜਾ ਇਹ ਰਨ ਕਰਨ ਦਾ ਐਕਸਪੈਂਸਿਸ ਹੈ ਬਹੁਤ ਘੱਟ ਹੈ, ਪਲੱਸ ਇਹ ਆਪਣਾ ਗਵਰਨਮੈਂਟ ਸਪੋਰਟ ਵੀ ਮਿਲ ਸਕਦੀ ਹੈ ਥੋੜੀ ਬਹੁਤ ਉਹਦੇ ਲਈ, ਤੇ ਇਹ ਟੈਕਸ ਦਾ ਵੀ ਹੁੰਦਾ ਆ। ਤੇ ਆਪਾਂ ਪਲੱਸ ਇਹ ਹੈ ਕਿ ਤੁਸੀਂ ਅਗਰ ਡੋਨੇਟ ਕਰਦੇ ਆ ਉਹ ਤਾਂ ਤੁਹਾਨੂੰ ਵੀ ਟੈਕਸ ਬੈਨੀਫਿਟ ਮਿਲਦਾ ਹੈ ਨਾ। ਤਾਂ ਉਹ 'ਚ ਕੀ ਹੁੰਦਾ ਕਿ ਅੱਗੇ ਤੁਸੀਂ ਹੋਰ ਪਾਵਰ ਆਪਾਂ ਸੇਵਾ ਲਈ ਜਿੰਨਾ ਪੈਸਾ ਹੋਵੇ, ਔਰ ਆਪਣੇ ਯੂਨਾਈਟਿਡ ਸਿੱਖ ਦੇ ਆਪਣੇ ਜਿਹੜੇ ਵੋਲੰਟੀਅਰ ਨੇ, ਅਸੀਂ ਪਰਸਨਲੀ ਵੀ ਆਪਣਾ ਕੰਟਰੀਬਿਊਸ਼ਨ ਨਾਲ ਮੈਚ ਕਰਦੇ ਹਾਂ, ਕਿਸੇ ਨਾਲ ਆਪਣੇ ਏਰੀਏ ਨਾਲ ਜਾਂ ਕਿਸੇ ਆਪਣੀ ਸੰਸਥਾ ਨਾਲ ਮੈਚ ਕਰਦੇ ਹਾਂ, ਤੇ ਉਹ ਉਹਦੇ ਨਾਲ 100% ਜਿਹੜਾ ਆ ਖਰਚਾ ਜਿਹੜਾ ਉਹ ਉੱਥੇ ਸੇਵਾ 'ਚ ਹੀ ਲਾਇਆ ਜਾਂਦਾ। ਜਿਹੜੀ ਵੀ ਡੋਨੇਸ਼ਨ ਹੁੰਦੀ ਉਹ ਸਾਰੀ ਦੀ ਸਾਰੀ ਸੇਵਾ 'ਚ ਲਾਈ ਜਾਂਦੀ ਹੈ। ਠੀਕ ਹੈ, ਚਲੋ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਆ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਅੱਜ ਦੀ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਕਿਸਮ ਦੀਆਂ ਜਿਹੜੀਆਂ ਇੰਟਰੈਕਸ਼ਨਸ ਨੇ ਉਹ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।